ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ, ਅੱਜ ਆਪਾਂ ਜਿਹੜਾ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਉਹਦੇ ਬਾਰੇ ਥੋੜ੍ਹੀ ਜਿਹੀ ਗੁਰਮਤਿ ਦੇ ਅਨੁਸਾਰ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅਨੁਸਾਰ, ਸਿੱਖੀ ਸਿਧਾਂਤਾਂ ਦੇ ਅਨੁਸਾਰ ਵਿਚਾਰ ਕਰਨੀ ਆ ਕਿ ਇਹ ਤਿਉਹਾਰ ਕੀ ਆ ਅਤੇ ਸਾਡਾ ਇਹਨਾਂ ਨਾਲ ਕੀ ਸੰਬੰਧ ਆ, ਕਿ ਸਾਨੂੰ ਮਨਾਉਣਾ ਚਾਹੀਦਾ ਹੈ ਕਿ ਨਹੀਂ। ਸੋ ਇਹ ਜਿਹੜਾ ਤਿਉਹਾਰ ਆ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ, ਇਹ ਭੈਣ ਭਰਾ ਦੇ ਪਿਆਰ ਦਾ, ਉਹਨਾਂ ਦੇ ਇੱਕ ਦੂਜੇ ਸੰਬੰਧਾਂ ਦਾ ਪ੍ਰਤੀਕ ਮੰਨਿਆ ਜਾਂਦਾ, ਜਿਹਨੂੰ ਰਕਸ਼ਾ ਬੰਧਨ ਕਿਹਾ ਜਾਂਦਾ। ਰਕਸ਼ਾ ਦਾ ਭਾਵ ਆ ਰੱਖਿਆ ਕਰਨੀ, ਕਿਸੇ ਨੂੰ ਪ੍ਰੋਟੈਕਟ ਕਰਨਾ, ਅਤੇ ਬੰਧਨ ਦਾ ਭਾਵ ਆ ਕਿ ਉਸ ਬੰਧਨ ਦੇ ਵਿੱਚ ਭਰਾ ਨੂੰ ਉਹਨੇ ਬੰਨ੍ਹ ਲਿਆ ਆ, ਹੱਥ ਦੇ ਉੱਤੇ ਧਾਗਾ ਬੰਨ੍ਹ ਕੇ, ਕਿ ਰਕਸ਼ਾ ਤੂੰ ਮੇਰੀ ਕਰਨੀ ਆ ਅੱਜ ਤੋਂ ਬਾਅਦ। ਸੋ ਇਹ ਤਿਉਹਾਰ ਜਿਹੜਾ ਆ ਭਾਰਤ ਦੇ ਵਿੱਚ ਸਾਉਣ, ਜਿਹੜਾ ਚੰਦਰਮਾ ਦੇ ਹਿਸਾਬ ਨਾਲ ਸਾਉਣ ਦਾ ਮਹੀਨਾ ਆ, ਉਹਦੀ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਆ। ਅਤੇ ਆਪਾਂ ਦੇਖਣਾ ਆ ਕਿ ਆਪਾਂ ਇਹਨੂੰ ਕਿਸ ਤਰੀਕੇ ਨਾਲ ਲੈਣਾ ਆ, ਕਿ ਸਾਨੂੰ ਅਲਾਊਡ ਆ ਰੱਖੜੀ ਬੰਨ੍ਹਣੀ ਜਾਂ ਬਣਾਉਣੀ ਗੁਰਸਿੱਖਾਂ ਨੂੰ, ਜਿਹੜੇ ਗੁਰੂ ਨਾਨਕ ਦੇ ਪਿਆਰੇ ਆ, ਗੁਰੂ ਨਾਨਕ ਵਾਹਿਗੁਰੂ ਦੇ ਰਾਹ 'ਤੇ ਚੱਲ ਰਹੇ ਆ, ਕਿ ਉਹਨਾਂ ਦੇ ਵਾਸਤੇ ਇਹ ਜਾਇਜ਼ ਆ ਰੱਖੜੀ ਬੰਨ੍ਹਣੀ ਜਾਂ ਬਣਾਉਣੀ। ਸੋ ਗੁਰੂ ਪਾਤਸ਼ਾਹ ਨੇ ਜਿਹੜੇ ਸਾਨੂੰ ਭਗਤੀ ਨਾਲ, ਜਿਹੜੇ ਸਿਸਟਮ ਨਾਲ, ਜਿਹੜੇ ਰਾਹ 'ਤੇ ਸਾਨੂੰ ਤੋਰਿਆ ਆ, ਜਿਹੜੇ ਸਿਸਟਮ ਨਾਲ ਸਾਨੂੰ ਜੋੜਿਆ ਆ, ਉਹਦੇ 'ਚ ਆਪਾਂ ਵਾਹਿਗੁਰੂ ਨੂੰ ਮਿਲਣਾ ਆ। ਅਤੇ ਗੁਰੂ ਪਾਤਸ਼ਾਹ ਕਹਿੰਦੇ ਆ ਕਿ ਇਸ ਜੱਗ ਮਹਿ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਇਸ ਦੁਨੀਆ ਦੇ ਵਿੱਚ ਪੁਰਖ ਜਿਹੜਾ ਹੈ ਸਿਰਫ ਇੱਕ ਵਾਹਿਗੁਰੂ ਆ, ਅਕਾਲ ਪੁਰਖ ਜਿਹੜਾ ਆ ਸਾਰਿਆਂ 'ਚ ਵਿਆਪਕ ਆ, ਬਾਕੀ ਸਭ ਅਸੀਂ ਉਹਦੀਆਂ ਇਸਤਰੀਆਂ ਆ, ਅਤੇ ਅਸੀਂ ਉਹਨੂੰ ਮਿਲਣਾ ਆ। ਉਹ ਜਿਹੜਾ ਇਹ ਸਿਸਟਮ ਆ ਰੱਖੜੀ ਵਾਲਾ, ਇਹ ਗੁਰਸਿੱਖੀ ਦੇ ਅਸੂਲਾਂ ਦੇ ਹਿਸਾਬ ਨਾਲ ਸਹੀ ਨਹੀਂ ਬੈਠਦਾ। ਕਿਉਂਕਿ ਗੁਰੂ ਪਾਤਸ਼ਾਹ ਨੇ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਆ, ਜਾਂ ਪਹਿਲੇ ਪਾਤਸ਼ਾਹ ਤੋਂ ਹੀ, ਜਾਂ ਹਮੇਸ਼ਾ ਤੋਂ ਹੀ ਜਿਹੜੇ ਗੁਰੂ ਪਾਤਸ਼ਾਹ ਜਿਨ੍ਹਾਂ ਨੂੰ ਨਾਮ ਦੀ ਦਾਤ ਦੇ ਕੇ ਭਗਤੀ ਨਾਲ ਜੋੜਦੇ ਆ, ਉਹ ਚਾਹੇ ਪੁਰਸ਼ ਆ, ਭਾਵੇਂ ਇਸਤਰੀ ਆ, ਭਾਵੇਂ ਬੰਦਾ ਆ, ਭਾਵੇਂ ਔਰਤ ਆ, ਉਹ ਸਾਰੇ ਬਰਾਬਰ ਆ ਵਾਹਿਗੁਰੂ ਦੀ ਨਜ਼ਰ ਦੇ ਵਿੱਚ। ਅਤੇ ਉਹ ਵਾਹਿਗੁਰੂ ਨਾਲ ਜੁੜਦੇ ਆ ਅਤੇ ਡਰਦੇ ਨਹੀਂ ਕਿਸੇ ਕੋਲੋਂ ਵੀ, ਸਿਰਫ ਇੱਕ ਵਾਹਿਗੁਰੂ ਨਾਲ ਹੀ ਜੁੜਦੇ ਆ। ਅਤੇ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੈਗਾ, ਅਤੇ ਉਹਨਾਂ ਨੂੰ ਇਹ ਨਹੀਂ ਹੈਗਾ ਕਿ ਸਾਡੀ ਕੋਈ ਹੋਰ ਰੱਖਿਆ ਕਰ ਸਕਦਾ ਹੈ ਜਾਂ ਕਰੇ। ਸੋ ਇਹ ਸ਼ੁਰੂ ਤੋਂ ਹੀ ਇਹ ਸਿਧਾਂਤ ਰਿਹਾ ਹੈ ਗੁਰੂ ਪਾਤਸ਼ਾਹ ਦਾ, ਵਾਹਿਗੁਰੂ ਦਾ, ਕਿ ਜਿਹੜੇ ਵਾਹਿਗੁਰੂ ਨਾਲ ਜੁੜੇ ਆ ਉਹਨਾਂ ਦੀ ਰੱਖਿਆ ਸਿਰਫ ਵਾਹਿਗੁਰੂ ਨੇ ਕੀਤੀ ਆ, ਉਹ ਵਾਹਿਗੁਰੂ ਨਾਲ ਜੁੜੇ ਆ। ਹਾਂ, ਕਿਸੇ ਗਰੀਬ ਗੁਰਬੇ ਦੀ, ਮਜ਼ਲੂਮ ਦੀ, ਦੂਸਰੇ ਦੀ ਉਹਨਾਂ ਨੇ ਹੈਲਪ ਕੀਤੀ ਹੈ, ਰੱਖਿਆ ਵੀ ਕੀਤੀ, ਉਹਦੀ ਖਾਤਰ ਹਥਿਆਰ ਵੀ ਚੱਕੇ ਆ, ਪਰ ਇਹ ਨਹੀਂ ਕਿ ਇੱਦਾਂ ਦਾ ਕੋਈ ਬੰਧਨ ਜਾਂ ਇੱਦਾਂ ਦੀ ਕੋਈ ਚੀਜ਼ ਆ ਜਿਹਦੇ 'ਚ ਬੰਨ੍ਹ ਕੇ ਉਹਦੀ ਰੱਖਿਆ ਕੀਤੀ ਜਾ ਸਕੇ। ਸੋ ਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਸਾਨੂੰ ਦੱਸਿਆ ਕਿ ਸਾਡੀ ਰੱਖਿਆ ਕੌਣ ਕਰਦਾ ਆ। ਜਿਸ ਕਾ ਸਾਸ ਨਾ ਕੱਢਤ ਆਪ, ਤਾਂ ਕੋ ਰਾਖਤ ਦੇ ਕਰ ਹੱਥ। ਜਿਹਦਾ ਵਾਹਿਗੁਰੂ ਆਪ ਸਾਹ ਨਹੀਂ ਕੱਢਣਾ ਚਾਹੁੰਦਾ, ਜਿਹਨੂੰ ਨਹੀਂ ਮਾਰਨਾ ਚਾਹੁੰਦਾ, ਉਹਨੂੰ ਹੱਥ ਦੇ ਕੇ ਰੱਖਦਾ ਆ। ਮਾਰੇ ਨਾ ਰਾਖੈ ਅਵਰ ਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ। ਨਾ ਕੋਈ ਹੋਰ ਮਾਰਨ ਵਾਲਾ ਆ ਵਾਹਿਗੁਰੂ ਤੋਂ ਬਗੈਰ, ਅਤੇ ਨਾ ਹੀ ਕੋਈ ਰੱਖ ਸਕਦਾ ਆ। ਸਾਰੇ ਜੀਆਂ ਦਾ ਰਾਖਾ ਸਿਰਫ ਵਾਹਿਗੁਰੂ ਆ। ਇੱਕ ਥਾਂ ਪਾਤਸ਼ਾਹ ਨੇ ਲਿਖਿਆ ਕਿ ਹਰ ਹਰ ਦੀਆ, ਪਾਤਸ਼ਾਹ ਨੇ ਲਿਖਿਆ ਹਰ ਹਰ ਦਿਓ ਸੇਵਕ ਕੋ ਨਾਮ, ਮਾਨਸ ਕਾ ਕੋ ਬਪਰੋ ਭਾਈ, ਜਾਂ ਕੋ ਰਾਖਾ ਰਾਮ। ਵਾਹਿਗੁਰੂ ਨੇ ਵਾਹਿਗੁਰੂ ਨਾਮ ਸਿਮਰਨ ਜਿਹੜਾ ਹਰ ਹਰ ਜਿਹੜਾ ਵਾਹਿਗੁਰੂ ਸਿਮਰਨ ਦਿੱਤਾ ਆ, ਇਹ ਸਾਡਾ ਰੱਖਕ ਆ। ਅਤੇ ਬੰਦਾ ਵਿਚਾਰਾ ਕਾਹਦਾ ਪਾਣੀ ਹਾਰਿਆ। ਮਾਨਸ ਕਾ ਕੋ ਬਪਰੋ ਭਾਈ, ਹੈ ਭਾਈ ਬੰਦਾ ਵਿਚਾਰਾ ਕੀ ਚੀਜ਼ ਆ ਜਿਹੜਾ ਕਿਸੇ ਨੂੰ ਮਾਰ ਲਊਗਾ ਜਾਂ ਬਚਾ ਲਊਗਾ, ਜਿਹਨੂੰ ਵਾਹਿਗੁਰੂ ਰੱਖਦਾ ਆ। ਪਾਤਸ਼ਾਹ ਕਹਿੰਦੇ ਬਾਬਾ ਬਿਖ ਦੇਖਿਆ ਸੰਸਾਰ, ਰੱਖਿਆ ਕਰੋ ਗਸਾਈ ਮੇਰੇ, ਮੈਂ ਨਾਮ ਤੇਰਾ ਆਧਾਰ। ਵਾਹਿਗੁਰੂ ਇਸ ਜ਼ਹਿਰ ਰੂਪੀ ਸੰਸਾਰ 'ਚ, ਮਾਇਆ ਦੀ ਜ਼ਹਿਰ ਜਿੱਥੇ ਸਾਰੇ ਪਾਸੇ ਫੈਲੀ ਆ, ਇਹਦੇ 'ਚ ਤੁਸੀਂ ਹੀ ਹੈ ਧਰਤੀ ਦੇ ਪਾਲਕ ਵਾਹਿਗੁਰੂ, ਗੁਸਾਈ ਧਰਤੀ ਦੇ ਮਾਲਕ ਵਾਹਿਗੁਰੂ, ਤੁਸੀਂ ਸਾਡੀ ਰੱਖਿਆ ਕਰਨੀ ਆ। ਸੋ ਹੇ ਮੇਰੇ ਮਾਲਕ ਵਾਹਿਗੁਰੂ, ਤੁਸੀਂ ਰੱਖਿਆ ਕਰੋ। ਸੋ ਇਸ ਤਰ੍ਹਾਂ ਗੁਰੂ ਪਾਤਸ਼ਾਹ ਬਹੁਤ ਥਾਵਾਂ 'ਤੇ ਸਾਨੂੰ ਇਹ ਗੱਲਾਂ ਦ੍ਰਿੜ ਕਰਾਉਂਦੇ ਆ। ਪਾਤਸ਼ਾਹ ਕਹਿੰਦੇ ਮਾਰਿਆ ਰਾਖਾ ਏਕੋ ਆਪ, ਸਦਾ ਸਦਾ ਨਾਨਕ ਹਰ ਜਾਪ। ਮਾਰਨ ਵਾਲਾ, ਰੱਖਣ ਵਾਲਾ ਸਿਰਫ ਇੱਕ ਵਾਹਿਗੁਰੂ ਆ। ਪ੍ਰਹਿਲਾਦ ਦੀ ਰੱਖਿਆ ਕਿਹਨੇ ਕੀਤੀ ਸੀ? ਵਾਹਿਗੁਰੂ ਨੇ ਕੀਤੀ। ਊਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗਾ ਜਾਂ ਐਸੇ ਬੁਝੀਆ, ਰਾਖਾ ਏਕ ਹਮਾਰਾ ਸੁਆਮੀ, ਸਗਲ ਘਾਟਾ ਕਾ ਅੰਤਰਜਾਮੀ। ਸਾਡਾ ਸਾਰਿਆਂ ਦਾ ਰਾਖਾ ਇੱਕ ਵਾਹਿਗੁਰੂ ਆ। ਰੱਖੇ ਰੱਖਣਹਾਰ ਆਪ ਉਬਾਰਿਆਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ। ਰੋਜ਼ ਆਪਾਂ ਪੜ੍ਹ ਲੈਂਦੇ ਹਾਂ ਰਹਿ ਰਾਸ ਦੇ ਵਿੱਚ ਕਿ ਗੁਰੂ ਸਾਹਿਬ ਕਹਿੰਦੇ ਆ ਕਿ ਵਾਹਿਗੁਰੂ ਆਪ ਰੱਖਦਾ ਆ। ਫਿਰ ਅਸੀਂ ਇੱਦਾਂ ਦੇ ਰੱਖਿਆ ਵਾਲੇ ਜਿਹੜੇ ਤਿਉਹਾਰ ਆ, ਜਿਹੜੇ ਅਨਮਤੀ ਤਿਉਹਾਰ ਕਹਿ ਸਕਦੇ, ਇਹਨਾਂ ਨੂੰ ਵੀ ਨਾਲ ਨਾਲ ਮਨਾਈ ਜਾਂਦੇ ਹਾਂ। ਸੋ ਗੁਰੂ ਪਾਤਸ਼ਾਹ ਤਾਂ ਸਾਨੂੰ ਬਾਰ ਇੱਕ ਪਹਿਰ 'ਤੇ ਸਾਨੂੰ ਗੱਲ ਸਮਝਾ ਰਹੇ ਆ ਕਿ ਵਾਹਿਗੁਰੂ ਬਚਾਉਣ ਵਾਲਾ, ਵਾਹਿਗੁਰੂ ਰੱਖਣ ਵਾਲਾ ਆ।
ਸੋ ਇੱਕ ਥਾਂ ਸ਼ਲੋਕ ਸਹਿਸਕ੍ਰਿਤ ਸ਼ਲੋਕਾਂ ਦੇ ਵਿੱਚ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਆ, ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਹਸਤਕਾਇਆ ਰੱਖਿਆ ਪਰਮੇਸ਼ਵਰ, ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਰ, ਸਰਵ ਰੱਖਿਆ ਗੁਰ ਦਿਆਲੈ, ਭੈ ਦੁਖ ਬਨਾਸ਼ਨੰ, ਭਗਤ ਵਸ਼ਲ ਅਨਾਥ ਨਾਥੈ, ਸ਼ਰਨ ਨਾਨਕ ਪੁਰਖ ਅਚੁੱਤ। ਸੋ ਉੱਥੇ ਪਾਤਸ਼ਾਹ ਕਹਿੰਦੇ ਆ ਕਿ ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਸਾਡੇ ਸਿਰ ਦਾ, ਸਾਡੇ ਮਸਤਕ ਦਾ, ਸਾਡੇ ਦਿਮਾਗ ਦਾ, ਸਾਡੇ ਸਰੀਰ ਦਾ ਰਾਖਾ ਕਹਿਣਾ ਵਾਹਿਗੁਰੂ। ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਹਸਤਕਾਇਆ ਰੱਖਿਆ ਪਰਮੇਸ਼ਰ, ਸਾਡੇ ਹੱਥਾਂ ਦਾ, ਸਰੀਰ ਦਾ ਜਿਹੜਾ ਰੱਖਿਆ ਕਿਆ ਵਾਹਿਗੁਰੂ ਆ। ਆਤਮ ਰੱਖਿਆ ਗੋਪਾਲ ਸੁਆਮੀ, ਸਾਡੇ ਅੰਦਰ ਜਿਹੜਾ ਪ੍ਰਕਾਸ਼ ਵਾਹਿਗੁਰੂ ਆ ਉਹਦਾ ਰਾਖਾ ਵੀ ਵਾਹਿਗੁਰੂ ਆਪ ਹੈ, ਕਿਉਂਕਿ ਉਹ ਆਪ ਹੀ ਵਾਹਿਗੁਰੂ ਆ। ਧਨ ਚਰਨ ਰੱਖਿਆ ਜਗਦੀਸ਼ਰ, ਸਾਡੇ ਧਨ ਆ, ਸਾਡਾ ਜੋ ਵੀ ਸਿਸਟਮ ਆ ਇਹਦੀ ਰੱਖਿਆ ਕਰਨ ਵਾਲਾ ਵਾਹਿਗੁਰੂ ਆ। ਸਰਬ ਰੱਖਿਆ ਗੁਰ ਦਿਆਲੈ, ਦਿਆਲ ਵਾਹਿਗੁਰੂ, ਗੁਰੂ ਪਾਤਸ਼ਾਹ ਗੁਰੂ ਨਾਨਕ ਵਾਹਿਗੁਰੂ ਸਾਡੀ ਰੱਖਿਆ ਕਰਨ ਵਾਲਾ। ਭੈ ਦੁਖ ਬਨਾਸ਼ਨੰ, ਸਾਰੇ ਭੈ ਦੁੱਖ ਵਾਹਿਗੁਰੂ ਖਤਮ ਕਰ ਦਿੰਦਾ ਆ, ਸਾਡਾ ਰਾਖਾ ਆ। ਸੋ ਉਹ ਗੁਰੂ ਪਾਤਸ਼ਾਹ ਆ, ਭੈ ਦੁਖ ਬਨਾਸ਼ਨੰ। ਸੋ ਇਹ ਗੁਰੂ ਪਾਤਸ਼ਾਹ ਸਾਡੇ ਰਾਖੇ ਆ। ਰੱਖਿਆ ਆ ਬਾਣੀ 'ਚ ਬਾਰ-ਬਾਰ ਗੁਰੂ ਪਾਤਸ਼ਾਹ ਨੇ ਸਾਨੂੰ ਹਜ਼ਾਰਾਂ ਥਾਵਾਂ 'ਤੇ ਲਿਖਿਆ ਕਿ ਸਾਡਾ ਰਾਖਾ ਵਾਹਿਗੁਰੂ। ਜੇ ਤੂੰ ਭਗਤੀ ਨਾਲ ਜੁੜਿਆ ਆ ਤੇ ਤੈਨੂੰ ਵਾਹਿਗੁਰੂ ਬਚਾਉਂਦਾ ਆ। ਜਿੱਥੇ ਵੀ ਵਾਹਿਗੁਰੂ ਨੇ ਬਚਾਉਣਾ ਆ ਬਚਾ ਦਿੰਦਾ ਆ, ਜਿੱਥੇ ਵਾਹਿਗੁਰੂ ਨੇ ਸ਼ਹੀਦੀ ਲੈਣੀ ਆ ਸ਼ਹੀਦੀ ਲੈ ਲੈਂਦਾ ਆ। ਦੋਵੇਂ ਤਰੀਕੇ ਨਾਲ ਬਚਾਉਣਾ ਹੀ ਆ। ਚਾਹੇ ਉਹਨੂੰ ਸ਼ਹੀਦੀ ਲੈ ਲਈ ਆ, ਜਿਵੇਂ ਗੁਰਸਿੱਖਾਂ ਨੇ ਕਿੰਨੀਆਂ ਸ਼ਹੀਦੀਆਂ ਪਾਈਆਂ। ਜੇ ਭਗਤ ਪ੍ਰਹਿਲਾਦ ਨੂੰ ਬਚਾਉਣਾ ਹੀ ਬਚਾ ਲਿਆ। ਜੇ ਛੋਟੇ ਛੋਟੇ ਗੁਰਸਿੱਖਾਂ ਦੀ 5-5 7 ਸਾਲ ਦੇ ਦੀ ਸ਼ਹੀਦੀ ਲੈਣੀ ਸੀ, ਬਾਬਾ ਫਤਿਹ ਸਿੰਘ ਦੀ, ਬਾਬਾ ਜ਼ੋਰਾਵਰ ਸਿੰਘ ਦੀ ਸ਼ਹੀਦੀ ਲੈ ਲਈ। ਪਰ ਰੱਖਿਆ ਵਾਹਿਗੁਰੂ ਹੀ ਕਰਦਾ। ਧਰਮ ਦੀ ਰੱਖਿਆ, ਉਹਨਾਂ ਦੇ ਆਤਮ ਦੀ ਰੱਖਿਆ ਵਾਹਿਗੁਰੂ ਕਰਦਾ ਆ। ਸੋ ਇਹ ਸਾਡਾ ਸਿਸਟਮ ਹੈ। ਰੱਖੜੀ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਗੁਰਸਿੱਖ ਜਿਹੜਾ ਆ ਇਹ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਜਦੋਂ ਸਾਨੂੰ ਗੁਰੂ ਪਾਤਸ਼ਾਹ ਨੇ ਆਪਣੀ ਭਗਤੀ ਨਾਲ, ਸਿਮਰਨ ਨਾਲ ਜੋੜ ਲਿਆ ਨਾ, ਆਪਣੇ ਵਿਚਾਰ ਦੇ ਨਾਲ ਜੋੜ ਲਿਆ ਆ, ਸਮਝਾ ਦਿੱਤੀ ਆ ਗੱਲ, ਸਿਧਾਂਤ ਸਮਝਾ ਦਿੱਤਾ ਆ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦੇ ਨਾਲ ਆਪਾਂ ਜੁੜ ਗਏ ਹਾਂ, ਤਾਂ ਆਪਾਂ ਨੂੰ ਇਹ ਗੱਲ ਇੱਕ ਬਹੁਤ ਹੀ ਕਲੀਅਰ ਹੋ ਜਾਣੀ ਚਾਹੀਦੀ ਹੈ ਕਿ ਜਿਹੜਾ ਖਾਲਸਾ ਆ, ਜਿਹੜਾ ਸਿੰਘ ਆ, ਉਹਦੀਆਂ ਸਾਰੀਆਂ ਹੀ ਭੈਣਾਂ ਆ। ਉਹਦੀ ਵਾਈਫ ਤੋਂ ਬਗੈਰ ਜਿਹੜਾ ਸੰਬੰਧ ਆਪਾਂ ਕਿਸੇ ਨਾਲ ਕਰ ਨਹੀਂ ਸਕਦੇ। ਇਸ ਕਰਕੇ ਸੰਗਤ ਵਿੱਚ ਆ ਕੇ ਇਹ ਗੱਲ ਸਮਝ ਆਈ। ਪਹਿਲਾਂ ਵੀ ਚਲੋ ਅੰਮ੍ਰਿਤ ਛਕਿਆ ਸੀ, ਪਰ ਪਹਿਲਾਂ ਇੱਦਾਂ ਜਿਹੜੀਆਂ ਆਪਣੇ ਕਈਆਂ ਗੁਰਸਿੱਖਾਂ ਨਾਲ ਭਰਾਵਾਂ ਵਰਗੇ ਸੰਬੰਧ ਹੁੰਦੇ ਸੀ। ਉਹਦੀ ਵਾਈਫ ਨੂੰ ਭਰਜਾਈ ਜਾਂ ਭਾਬੀ ਇੱਦਾਂ ਕਹਿ ਲੈਣਾ। ਪਰ ਜਦੋਂ ਦਾ ਸੰਗਤ ਗੁਰੂ ਪਾਤਸ਼ਾਹ ਨੇ ਬਖਸ਼ੀ ਹੈ, ਉਹਨਾਂ ਦੀ ਇਹ ਗੱਲ ਸਮਝਾਤੀ ਹੈ ਕਿ ਕੋਈ ਭਾਬੀ ਨਹੀਂ ਹੈ ਗੁਰਸਿੱਖ ਦੀ, ਸਾਰੀਆਂ ਭੈਣਾਂ ਆ। ਸੋ ਹੁਣ ਜਿਹੜਾ ਵੀ ਸਿੰਘ ਹੁੰਦਾ ਆ ਉਹਨੂੰ ਸਿੰਘ ਨੂੰ ਭਾਈ ਸਾਹਿਬ ਕਹੀਦਾ ਆ, ਜਾਂ ਜੋ ਵੀ ਜੇ ਛੋਟਾ ਵੱਡਾ ਨਾਮ ਲਈਦਾ, ਜਾਂ ਜਿਵੇਂ ਵੀ ਆਪਾਂ ਉਹਨਾਂ ਪਿਆਰ ਨਾਲ ਵਿਚਰਦੇ ਹਾਂ, ਭਾਈ ਸਾਹਿਬ ਕਹਿੰਦੇ ਆ। ਪਰ ਜਿਹੜੇ ਉਹਦੀ ਵਾਈਫ ਆ ਉਹਨੂੰ ਆਪਾਂ ਭੈਣ ਕਹਿੰਦੇ ਆ। ਛੋਟੀ ਆ ਥੋੜ੍ਹੀ ਜਿਹੀ ਤਾਂ ਵੀ ਭੈਣ ਆ, ਜੇ ਬਹੁਤੀ ਛੋਟੀ ਆ ਤਾਂ ਬੇਟੀ ਆ, ਅਤੇ ਜੇ ਵੱਡੀ ਆ ਤਾਂ ਮਾਂ ਦੇ ਬਰਾਬਰ ਆ, ਉਹਨੂੰ ਆਂਟੀ ਜਾਂ ਮਾਂ ਇੱਦਾਂ ਆਪਾਂ ਸ਼ਬਦ ਉਚਾਰ ਲੈਂਦੇ ਹਾਂ। ਪਰ ਸਾਡੇ ਵਾਸਤੇ ਉਹ ਰਿਸ਼ਤਾ ਜਿਹੜਾ ਆ ਬਹੁਤ ਪਵਿੱਤਰ ਆ, ਆਪਾਂ ਭੈਣ ਹੀ ਕਹਿੰਦੇ ਹਾਂ। ਸੋ ਖਾਲਸੇ ਦੀਆਂ ਸਾਰੀਆਂ ਭੈਣਾਂ ਆ। ਕਿਸੇ ਕੋਲੋਂ ਰੱਖੜੀ ਬਣਾ ਕੇ ਖਾਲਸਾ ਨਹੀਂ ਭੈਣ ਬਣਾਉਂਦਾ, ਸਾਰੀਆਂ ਹੀ ਸਾਡੀਆਂ ਭੈਣਾਂ ਆ। ਹੁਣ ਜਦੋਂ ਆਪਾਂ 18ਵੀਂ ਸਦੀ 'ਚ ਦੇਖਦੇ ਹਾਂ ਕਿ 20-20 ਹਜ਼ਾਰ ਹਿੰਦੂ ਇਸਤਰੀਆਂ ਨੂੰ ਫੜ ਕੇ ਲੈ ਜਾਂਦੇ ਸੀਗੇ ਅਫਗਾਨ, ਅਤੇ ਦੂਸਰੇ ਜਿਹੜੇ ਅਫਗਾਨਿਸਤਾਨ ਤੋਂ ਇੱਧਰੋਂ ਵੈਸਟ ਵਾਲੇ ਪਾਸੇ ਆਉਂਦੇ ਸੀ ਹਮਲਾਵਰ, ਅਤੇ ਉਹਨਾਂ ਨੂੰ ਜਿਹੜੇ ਗੁਰਸਿੱਖ ਛਡਾ ਕੇ ਲਿਆਉਂਦੇ ਸੀ, ਉਹਨਾਂ ਨੇ ਕੋਈ ਉਹਨਾਂ ਕੋਲ ਰੱਖੜੀ ਥੋੜ੍ਹਾ ਬਣਾਈ ਸੀ। ਸੋ ਜਿਨ੍ਹਾਂ ਨੇ ਰੱਖੜੀ ਬਣਾਈ ਸੀ ਉਹ ਤਾਂ ਆਪ ਹੱਥੀਂ ਤੋਰ ਦਿੰਦੇ ਸੀ ਵੀ ਸਾਨੂੰ ਛੱਡ ਦਿਓ, ਇਹਨੂੰ ਲੈ ਜਾਓ, ਕਿਉਂਕਿ ਉਹ ਕਹਿੰਦੇ ਕਿ ਤੁਹਾਡੀ ਕੁੜੀ ਬੜੀ ਸੋਹਣੀ ਆ, ਇਹਨੂੰ ਅਸੀਂ ਲਿਜਾਣਾ ਚਾਹੁੰਦੇ ਹਾਂ, ਜੇ ਤਾਂ ਤੁਸੀਂ ਇਹਨੂੰ ਤੋਰ ਦਿਓਗੇ ਤਾਂ ਤੁਹਾਨੂੰ ਛੱਡ ਦਿੰਦੇ ਹਾਂ, ਅਤੇ ਨਹੀਂ ਤਾਂ ਤੁਹਾਨੂੰ ਵੀ ਮਾਰਾਂਗੇ। ਉਹ ਕਹਿੰਦੇ ਨਹੀਂ, ਜਿਹਨੇ ਰੱਖੜੀ ਬਣਾਈ ਸੀ ਉਹ ਤੋਰ ਦਿੰਦਾ, ਪਿਓ ਵੀ ਮੋਹਰੇ ਤੋਰ ਦਿੰਦਾ, ਅਤੇ ਸਾਰੇ ਜੀ ਭਾਵੇਂ ਕਿ ਦੁਖੀ ਹੋ ਕੇ ਤੋਰਦੇ ਹੋਣਗੇ, ਪਰ ਫਿਰ ਰੱਖੜੀ ਬਣਾਈ ਅਤੇ ਫਿਰ ਰੱਖਿਆ ਕਿੱਦਾਂ ਕੀਤੀ ਨਹੀਂ। ਆਪਣੀ ਜਾਨ ਬਚਾ ਲਈ, ਬੱਚਿਆਂ ਨੂੰ ਬਚਾ ਲਿਆ, ਮਾਂ ਪਿਓ ਬਚ ਗਏ, ਪਰ ਜਿਹੜੀ ਉਹ ਭੈਣ ਸੀਗੀ ਜਿਹਦੇ ਕੋਲ ਰੱਖੜੀ ਬਣਾਉਂਦਾ ਰਿਹਾ ਸੀ ਉਹਨੂੰ ਤੋਰ ਦਿੱਤਾ ਮੋਹਰੇ। ਅਤੇ ਜਿਹੜੇ ਛਡਾ ਕੇ ਲਿਆਏ 20-20 ਹਜ਼ਾਰ ਉੱਦਾਂ ਬੀਬੀਆਂ ਨੂੰ ਪਤਾ ਨਹੀਂ ਕਿੰਨੀ ਵਾਰੀ, ਭਾਈ ਜੱਸਾ ਸਿੰਘ ਆਹਲੂਵਾਲੀਆ, ਭਾਈ ਜੱਸਾ ਸਿੰਘ ਰਾਮਗੜੀਆ, ਭਾਈ ਕਪੂਰ ਸਿੰਘ, ਭਾਈ ਚੜ੍ਹਤ ਸਿੰਘ ਸ਼ੁਕਰ ਚੱਕੀਆ, ਭਾਈ ਬਘੇਲ ਸਿੰਘ, ਜਿੰਨੇ ਵੀ ਗੁਰਸਿੱਖ 18ਵੀਂ ਸਦੀ ਦੇ ਮਹਾਨ ਗੁਰਸਿੱਖ ਹੋਏ ਆ, ਜਿਹੜੇ ਛਡਾ ਕੇ ਲਿਆਉਂਦੇ ਸੀਗੇ। ਹਰੀ ਸਿੰਘ ਭੰਗੀ, ਲਹਿਣਾ ਸਿੰਘ ਭੰਗੀ, ਜਿਹੜੇ ਗੁਰਸਿੱਖ ਸੀਗੇ, ਗੁੱਜਰ ਸਿੰਘ, ਉਹ ਬੜੇ ਗੁਰਸਿੱਖਾਂ ਦੇ ਨਾਮ ਆ। ਉਹਨਾਂ ਨੇ ਤਾਂ ਕੋਈ ਰੱਖੜੀ ਨਹੀਂ ਬਣਾਈ ਉਹਨਾਂ ਕੋਲੋਂ, ਨਾ ਗੁਰਸਿੱਖ ਰੱਖੜੀ 'ਚ ਵਿਸ਼ਵਾਸ ਹੀ ਰੱਖਦਾ। ਸਾਡੀਆਂ ਸਾਰੀਆਂ ਹੀ ਭੈਣਾਂ ਆ, ਸਾਡੇ ਵਾਸਤੇ ਸਾਰੀਆਂ ਹੀ ਭੈਣਾਂ ਆ। ਅਸੀਂ ਰੱਖੜੀ ਬਣਾ ਕੇ ਨਹੀਂ ਭਰਾ ਬਣਦੇ, ਇਸ ਕਰਕੇ ਇਹ ਰੱਖੜੀ ਮਨਮੱਤੀ ਤਿਉਹਾਰ ਆ, ਕਦੀ ਵੀ ਸਾਨੂੰ ਗੁਰਸਿੱਖਾਂ ਨੂੰ ਨਹੀਂ ਮਨਾਉਣਾ ਚਾਹੀਦਾ। ਈਵਨ ਹੁਣ ਵੀ ਦੇਖੋ ਆਪਾਂ ਇਹ ਬਾਹਰਲੇ ਮੁਲਕਾਂ 'ਚ ਵਿਚਰਦੇ ਹਾਂ, ਬਾਹਰ ਕੋਈ ਵੀ ਇਸਤਰੀ ਆ, ਚਾਹੇ ਉਹ ਕਾਲੀ ਆ, ਗੋਰੀ ਆ, ਚਾਹੇ ਉਹ ਚੀਨਾ ਫਿਲਪੀਨਨ, ਕੋਈ ਵੀ ਉਹ ਸਾਡੀ ਭੈਣ ਆ। ਜੇ ਉੱਤੇ ਕੋਈ ਪ੍ਰੋਬਲਮ ਆ ਰਹੀ ਆ, ਉਹਨੂੰ ਕੋਈ ਤੰਗ ਕਰ ਰਿਹਾ ਆ, ਉਹਦੇ 'ਤੇ ਕੋਈ
ਉਹਦੇ ਇੱਜ਼ਤ ਨੂੰ ਹੱਥ ਪਾਉਂਦਾ ਆ ਜਾਂ ਉਹਨੂੰ ਕਿਸੇ ਵੀ ਤਰੀਕੇ ਨਾਲ ਕੋਈ ਤੰਗ ਕਰ ਰਿਹਾ, ਤਾਂ ਗੁਰਸਿੱਖ ਦਾ ਫਰਜ਼ ਆ ਉਹਨੇ ਉੱਥੇ ਵਿੱਚ ਦਖਲ ਦੇਣਾ ਆ ਅਤੇ ਉਹਨੂੰ ਬਚਾਉਣਾ ਆ। ਫਿਰ ਹੁਣ ਭੈਣ ਕਰਕੇ ਥੋੜ੍ਹਾ ਬਚਾਇਆ। ਸੋ ਗੁਰਸਿੱਖ ਵਾਸਤੇ ਸਾਰੀਆਂ ਹੀ ਭੈਣਾਂ ਆ। ਦੂਜੀ ਗੱਲ ਇਹ ਆ ਕਿ ਜਿਹੜੇ ਗੁਰੂ ਪਾਤਸ਼ਾਹ ਨੇ ਸਾਨੂੰ ਕਕਾਰ ਬਖਸ਼ੇ ਆ ਨਾ, ਇਹ ਬਹੁਤ ਵੱਡੀ ਚੀਜ਼ ਆ ਕਿ ਗੁਰਸਿੱਖ ਨੂੰ 5 ਕਕਾਰ ਬਖਸ਼ੇ ਆ। ਕੇਸਕੀ ਆ, ਕਛਹਿਰਾ ਆ, ਕੜਾ ਆ, ਕੰਘਾ ਆ ਅਤੇ ਕਿਰਪਾਨ ਆ। ਹੁਣ ਇਹ ਨਹੀਂ ਕਿ ਗੁਰਸਿੱਖ ਨੂੰ ਸਿੰਘ ਨੂੰ ਕਿਰਪਾਨ ਬਖਸ਼ੀ ਆ ਅਤੇ ਸਿੰਘਣੀ ਨੂੰ ਬਖਸ਼ੀ ਨਹੀਂ। ਜੇ ਸਿੰਘ ਕਿਰਪਾਨ ਪਾਉਂਦਾ ਆ ਅਤੇ ਜਿਹੜੀਆਂ ਭੈਣਾਂ ਆ ਉਹ ਵੀ ਕਿਰਪਾਨ ਪਾਉਂਦੀਆਂ ਆ, ਤਾਂ ਫਿਰ ਉਹ ਆਪਣੀ ਰੱਖਿਆ ਆਪ ਕਰ ਸਕਦੀਆਂ ਆ। ਉਹਨਾਂ ਦੀ ਕਿਸੇ ਦੂਜੇ ਨੇ ਥੋੜ੍ਹਾ ਰੱਖਿਆ ਕਰਨੀ ਆ, ਉਹ ਆਪਣੀ ਰੱਖਿਆ ਕਰ ਸਕਦੀਆਂ ਆ। ਸੋ ਗੁਰਸਿੱਖ ਭੈਣਾਂ ਅਤੇ ਜਿਹੜੇ ਸਿੰਘ ਆ ਬਰਾਬਰ ਆ, ਉਹਨਾਂ ਨੂੰ ਇੱਕ ਦੂਜੇ ਦੀ ਰੱਖਿਆ ਦੀ ਜ਼ਰੂਰਤ ਨਹੀਂ ਹੈਗੀ ਇੱਦਾਂ ਰੱਖੜੀ ਬਣਾ ਕੇ ਜਾਂ ਕੁਛ। ਹਾਂ ਇੰਨਾ ਕਿ ਚਲੋ ਕਿਤੇ ਅਟੈਕ ਹੋਇਆ ਜਾਂ ਕੁਛ ਆਪਾਂ ਸਾਂਝੇ ਹੋ ਕੇ ਉਹਦਾ ਮੁਕਾਬਲਾ ਕਰ ਸਕਦੇ ਹਾਂ, ਪਰ ਇਹ ਨਹੀਂ ਹੈਗਾ ਕਿ ਅਸੀਂ ਤਾਂ ਜੀ ਰੱਖੜੀ ਬਣਾਈ ਆ ਮੈਂ ਇਹਦੀ ਤਾਂ ਰੱਖਿਆ ਕਰ ਰਿਹਾ ਹਾਂ। ਜੇ ਭੈਣ ਵੱਡੀ ਆ ਭਰਾ ਛੋਟਾ ਹੈ, ਫਿਰ ਉਹ ਕਿੱਦਾਂ ਰੱਖਿਆ ਉਹ ਨਹੀਂ ਕਰ ਸਕਦਾ, ਉਹ ਸਗੋਂ ਉਹਨੂੰ ਬਚਾਉਂਦੀ ਆ। ਅਤੇ ਰੱਖੜੀ ਤਾਂ ਉਹਨੇ ਬਣਾਈ ਸੀ, ਬਚਾਉਣਾ ਤਾਂ ਉਹਨੇ ਹੀ। ਫਿਰ ਉਲਟ ਕੰਮ ਹੋ ਗਿਆ ਇਹ ਤਾਂ। ਸੋ ਇਸ ਤਰ੍ਹਾਂ ਦਾ ਵਾਹਿਗੁਰੂ, ਇਹ ਰੱਖੜੀ ਸਾਡਾ ਤਿਉਹਾਰ ਨਹੀਂ ਹੈਗਾ। ਆਪਾਂ ਨਹੀਂ ਨਾ ਰੱਖੜੀ ਕਦੀ ਬੰਨ੍ਹਣੀ ਆ ਨਾ ਬਣਾਉਣੀ ਆ। ਸੰਸਾਰ ਦੀਆਂ ਸਾਰੀਆਂ ਹੀ ਔਰਤਾਂ ਬਰਾਬਰ ਦੀ ਆ, ਅਤੇ ਸਾਡੀ ਭੈਣ ਹੀ ਆ ਉਹ। ਸਾਡੇ ਤੋਂ ਥੋੜ੍ਹੀ ਬਹੁਤੀ ਉਮਰ 'ਚ ਵੱਡੀ ਛੋਟੀ ਆ, ਉਹ ਸਾਡੀ ਭੈਣ ਆ। ਸਕੀ ਭੈਣ ਵਾਂਗੂ ਹੀ ਆ। ਸਕੀ ਭੈਣ ਦਾ ਨਹੀਂ ਕਿ ਸਕੀ ਭੈਣ ਹੀ ਭੈਣ ਆ ਅਤੇ ਦੂਜੀ ਭੈਣ ਨਹੀਂ ਹੈਗੀ। ਸਾਡੇ ਵਾਸਤੇ ਸਾਰੀਆਂ ਭੈਣਾਂ ਆ। ਛੋਟੀਆਂ ਸਾਡੀਆਂ ਧੀਆਂ ਆ, ਵੱਡੀਆਂ ਸਾਡੀਆਂ ਮਾਵਾਂ ਦੇ ਬਰਾਬਰ ਆ। ਸੋ ਖਾਲਸਾ ਇਸ ਤਰ੍ਹਾਂ ਵਿਚਰਦਾ ਆ। ਸੋ ਗੁਰੂ ਪਾਤਸ਼ਾਹ ਦੇ ਨਾਲ ਸੰਬੰਧਿਤ ਬਹੁਤ ਇੱਦਾਂ ਦੀਆਂ ਮਿਲਦੀਆਂ ਕਿ ਗੁਰੂ ਨਾਨਕ ਪਾਤਸ਼ਾਹ ਦੀ ਇੱਕ ਕਲਪਿਤ ਤਸਵੀਰ ਮਿਲਦੀ ਆ। ਬੇਬੇ ਨਾਨਕੀ ਰੱਖੜੀ ਬੰਨ੍ਹ ਰਿਹਾ। ਬੇਬੇ ਨਾਨਕੀ ਤਾਂ 5 ਸਾਲ ਵੱਡੇ ਸੀ ਉਹਨਾਂ ਤੋਂ, ਉਹਨਾਂ ਦੀ ਕੀ ਰੱਖਿਆ ਕਰਨੀ ਸੀ। ਉਹ ਤਾਂ ਗੁਰੂ ਪਾਤਸ਼ਾਹ ਨੇ ਉਹਨੂੰ ਨਾਮ ਦੀ ਦਾਤ ਦੇ ਕੇ, ਆਪਾਂ ਨੂੰ ਇਸ ਗੱਲ ਦਾ ਪਤਾ ਨਹੀਂ ਸ਼ਾਇਦ ਕਿ ਭਾਈ ਰਾਏ ਬੁਲਾਰ ਜੀ, ਬੇਬੇ ਨਾਨਕੀ ਜੀ, ਇਹ 2-3 ਜਿਹੜੇ ਆ ਇਹ ਗੁਰੂ ਪਾਤਸ਼ਾਹ ਦੇ ਸਭ ਤੋਂ ਪਹਿਲੇ ਸਿੱਖ ਹੋਏ ਆ। ਅਤੇ ਸਿੱਖ ਨੂੰ ਗੁਰੂ ਪਾਤਸ਼ਾਹ ਇੱਦਾਂ ਦੀਆਂ ਮਨੌਤਾਂ ਦੇ ਨਾਲ ਜੋੜਨਗੇ ਕਿ ਭਗਤੀ ਨਾਲ ਜੋੜ ਕੇ ਉਹਨੂੰ ਆਤਮ ਰੱਖਿਆ, ਸੈਲਫ ਡਿਫੈਂਸ ਆਪਣੀ ਆਪ ਕਰਨ ਲਈ ਉਹਨੂੰ ਜੋੜ ਦੇਣਗੇ। ਸੋ ਮਾਤਾ ਜਿਹੜੀ ਬੇਬੇ ਨਾਨਕੀ ਜੀ ਆ, ਬੇਬੇ ਦਾ ਭਾਵ ਆ ਭੈਣ ਇੱਥੇ। ਸੋ ਭੈਣ ਨਾਨਕੀ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਆ, ਉਹਨਾਂ ਨੇ ਕੋਈ ਰੱਖੜੀ ਨਹੀਂ ਬੰਨ੍ਹੀ, ਉਹ ਆਪਣੀ ਰੱਖਿਆ ਕਰਨੀ ਜਾਣਦੇ ਆ। 40 ਸਾਲ ਤਾਂ ਗੁਰੂ ਪਾਤਸ਼ਾਹ ਯਾਤਰਾਵਾਂ 'ਤੇ ਰਹੇ, ਅਤੇ ਪਿੱਛੋਂ ਰੱਖਿਆ ਕੌਣ ਕਰਦਾ ਰਿਹਾ। ਸਗੋਂ ਕਿ ਉਹ ਆਪ ਗੁਰੂ ਪਾਤਸ਼ਾਹ ਦੇ ਬੱਚਿਆਂ ਨੂੰ ਸਾਂਭਦੇ ਰਹੇ ਆ, ਸਾਰਾ ਸਿਸਟਮ ਸੰਭਾਲਦੇ ਰਹੇ ਆ ਪਿੱਛੋਂ, ਜੋ ਗੁਰੂ ਸਾਹਿਬ ਨੇ ਬਣਾਇਆ ਸੀ ਸਿਸਟਮ ਭਗਤੀ ਦਾ, ਸਿਮਰਨ ਦਾ, ਸੰਗਤ ਦਾ। ਉਹ ਭਾਈ ਲਹਿਣਾ ਜੀ ਦੇ ਨਾਲ ਮਿਲ ਕੇ, ਚਲੋ ਭਾਈ ਲਹਿਣਾ ਜੀ ਤੋਂ ਬਾਅਦ 'ਚ ਆਏ ਚਲੋ, ਅਤੇ ਸਾਰਾ ਸਿਸਟਮ ਜਿਹੜਾ ਆ ਉਹ, ਅਤੇ ਘਰ ਦਾ ਵੀ ਸਾਰਾ ਪ੍ਰਬੰਧ ਬੇਬੇ ਨਾਨਕੀ ਆਪ ਕਰਦੇ ਰਹੇ। ਅਤੇ ਆਪਾਂ ਕਿੰਨੇ ਕੁ ਰੱਖੜੀ ਬੰਨ੍ਹ ਕੇ ਅਤੇ ਉਹ ਰੱਖਿਆ ਕੀਤੀ ਗੁਰੂ ਸਾਹਿਬ ਨੇ। ਗੁਰੂ ਸਾਹਿਬ ਤਾਂ ਸਾਰੀ ਸ੍ਰਿਸ਼ਟੀ ਦੇ ਰੱਖਿਅਕ ਆ, ਕਿਸੇ ਇੱਕ ਬੀਬੀ ਦੇ ਜਾਂ ਇੱਕ ਭੈਣ ਦੇ ਥੋੜ੍ਹਾ ਆ। ਸੋ ਉਹ ਕਲਪਿਤ ਤਸਵੀਰ ਆ ਵਾਹਿਗੁਰੂ। ਭਾਈ ਗੁਰੂ ਪਾਤਸ਼ਾਹ ਇੱਦਾਂ ਬੇਬੇ ਨਾਨਕੀ ਨੂੰ ਇੱਦਾਂ ਦੀਆਂ ਮਨੌਤਾਂ ਨਾਲ ਨਹੀਂ ਜੋੜਨਗੇ, ਨਾ ਹੀ ਉਹ ਸਾਨੂੰ ਜੋੜਦੇ ਆ। ਹੋਰ ਵੀ ਬੜੇ ਥਾਵਾਂ 'ਤੇ ਇੱਦਾਂ ਦੇ ਜ਼ਿਕਰ ਮਿਲਦੇ ਆ ਕਿ ਇੱਕ ਆਪਣੇ ਗੁਰੂ ਤੇਗ ਬਹਾਦਰ ਪਾਤਸ਼ਾਹ ਆ, ਉਹਨਾਂ ਦੇ ਬਾਰੇ ਕਿ ਬੀਬੀ ਵੀਰੋ ਜੀ ਉਹਨਾਂ ਦੀ ਭੈਣ ਸੀ, ਗੁਰੂ 6ਵੇਂ ਪਾਤਸ਼ਾਹ ਦੀ ਬੇਟੀ, ਉਹਨਾਂ ਨੇ ਰੱਖੜੀ ਬੰਨ੍ਹੀ ਆ। ਰੱਖੜ ਪੁੰਨਿਆਂ ਦਾ ਮੇਲਾ ਲੱਗਦਾ ਆ ਬਾਬੇ ਬਕਾਲਾ ਸਾਹਿਬ। ਉਹ ਰੱਖੜ ਪੁੰਨਿਆਂ ਦਾ ਮੇਲਾ ਲੱਗਣ ਦਾ ਵਾਹਿਗੁਰੂ ਕਾਰਨ ਇਹ ਨਹੀਂ ਹੈਗਾ ਕਿ ਉਹਨਾਂ ਰੱਖੜੀ ਬਣਾਈ ਸੀ ਗੁਰੂ 9ਵੇਂ ਪਾਤਸ਼ਾਹ ਨੇ। ਉਹਦਾ ਭਾਵ ਆ ਕਿ ਪੁਰਾਣੇ ਸਮਿਆਂ 'ਚ ਨਾਨਕਸ਼ਾਹੀ ਕੈਲੰਡਰ ਜਿੱਦਾਂ ਅੱਜ ਕੱਲ੍ਹ ਆਪਣੇ ਕੋਲ ਹੈਗਾ ਆ, ਜਿਹੜਾ ਕਿ ਚਲੋ ਕੋਈ ਸੂਝਵਾਨ ਸੰਸਥਾਵਾਂ ਮੰਨ ਰਹੀਆਂ ਆ ਅਤੇ ਬਹੁਤੇ ਨਹੀਂ ਹਜੇ ਮੰਨ ਰਹੇ, ਉਹ ਚੰਦਰਮਾ ਦਾ ਕੈਲੰਡਰ ਜਿਹੜਾ ਹੈ ਬ੍ਰਾਹਮਣ ਦਾ ਪ੍ਰਚਲਿਤ ਸੀਗਾ। ਅਤੇ ਇੱਦਾਂ ਦੇ ਜਿਹੜੇ ਦਿਹਾੜੇ ਆ, ਜਿੱਦਾਂ ਦੀਵਾਲੀ ਆ, ਉੱਧਰ ਨੂੰ ਰਾਮ ਚੰਦਰ ਆਇਆ ਸੀ, ਉਹ ਸਾਰੇ ਮਸ਼ਹੂਰ ਹੁੰਦੇ ਸੀ ਦਿਹਾੜੇ। ਅਤੇ ਇੱਦਾਂ ਹੀ ਜਿਹੜਾ ਪੁੰਨਿਆਂ ਦਾ ਰੱਖੜ ਪੁੰਨਿਆ ਆ, ਇਹ ਪੁੰਨਿਆਂ ਦਾ ਜਿਹੜਾ ਦਿਨ ਆ ਮਸ਼ਹੂਰ ਹੁੰਦਾ ਸੀ। ਅਤੇ ਗੁਰਸਿੱਖ ਇਹਨਾਂ ਦਿਨਾਂ ਦੇ ਉੱਤੇ, ਕਿਉਂਕਿ ਸਾਰਿਆਂ ਨੂੰ ਪਤਾ ਲੱਗਦਾ ਸੀਗਾ ਵੀ ਇਸ ਦਿਨ ਨੂੰ ਫਲਾਣੀ ਤਰੀਕ ਨੂੰ ਆ ਜਿਹੜਾ ਹੈਗਾ ਆ ਜਿਹੜਾ ਆਪਣਾ ਜਿਹੜੀ ਰੱਖੜੀ ਆ ਜਾਂ ਮੱਸਿਆ ਆੜੀ, ਸੰਗਰਾਂਦ ਆੜੀ ਹੈਗੀ ਆ, ਦੀਵਾਲੀ ਆ। ਸੋ ਉਹਨੂੰ ਗੁਰਸਿੱਖ ਆਪਣੇ ਵਾਸਤੇ ਇਕੱਠੇ ਹੋ ਕੇ ਮੀਟਿੰਗ ਕਰਨ ਦੇ ਵਾਸਤੇ ਸਰਕਾਰ ਦੇ ਨਾਲ ਸਟਰਗਲ ਚੱਲ ਰਿਹਾ ਸੀ 18ਵੀਂ ਸਦੀ ਤੋਂ। ਇਹਨਾਂ ਦਿਨਾਂ ਨੂੰ ਗੁਰਸਿੱਖ ਆਪਣੇ ਪਰਪਸ ਵਾਸਤੇ ਵਰਤਦੇ ਸੀ, ਨਾ ਕਿ ਉਹ ਰੱਖੜੀ ਮਨਾਉਂਦੇ ਸੀ ਜਾਂ ਰੱਖੜੀਆਂ ਬੰਨ੍ਹਦੇ ਜਾਂ ਬਣਾਉਂਦੇ ਸੀ। ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਹੈਗਾ। ਸੋ ਜਿੰਨਾ ਵੀ ਆਪਣੇ 'ਚ ਪ੍ਰਚਲਿਤ ਆ, ਇੱਕ ਕੱਚਾ ਧਾਗਾ ਬੰਨ੍ਹ ਦਿੱਤਾ ਅਤੇ ਉਹ ਭੈਣ ਨੂੰ ਭਰਾ ਨੇ ਪੈਸੇ ਦੇ ਦਿੱਤੇ, ਉਹਨੇ ਮੂੰਹ ਮਿੱਠਾ ਕਰਾਤਾ, ਇਹ ਸਾਡਾ ਨਹੀਂ, ਰੀਤ ਨਹੀਂ ਸਾਡੀ ਹੈਗੀ। ਸੋ ਆਪਾਂ ਗੁਰੂ ਸਾਹਿਬ ਨਾਲ ਜੁੜਨਾ ਆ। ਗੁਰੂ ਪਾਤਸ਼ਾਹ ਬਾਣੀ ਦੇ ਵਿੱਚ ਸਾਨੂੰ ਬਾਰ-ਬਾਰ ਸਮਝਾਉਂਦੇ ਆ ਕਿ ਸਾਡਾ ਰਾਖਾ ਵਾਹਿਗੁਰੂ ਆ, ਸਾਡਾ ਸਾਰਿਆਂ ਦਾ ਰਾਖਾ ਵਾਹਿਗੁਰੂ ਆ। ਅਤੇ ਆਪਾਂ ਇੱਕ ਉੱਦਾਂ ਜ਼ਰੂਰ ਇਨਸਾਨੀ ਤੌਰ 'ਤੇ ਆਪਾਂ ਜਿਹੜੀ ਵੀ ਕੋਈ ਭੈਣ ਆ ਜਾਂ ਕੋਈ ਹੋਰ ਕਮਜ਼ੋਰ ਗਰੀਬ ਆ, ਕੋਈ ਮਤਲਬ ਉੱਤੇ ਧੱਕਾ ਹੋ ਰਿਹਾ ਆ, ਆਪਾਂ ਉੱਥੇ ਖੜ੍ਹਨਾ ਆ। ਇਹ ਤਾਂ ਨਹੀਂ ਕਿ ਉੱਥੇ ਭੈਣ ਆ ਉਹ ਅਤੇ ਆਪਾਂ ਤਾਂ ਖੜ੍ਹਨਾ ਆ। ਕੋਈ ਵੀ ਹੋ ਸਕਦਾ ਆ,
ਖਾਲਸੇ ਨੇ ਉੱਥੇ ਖੜ ਕੇ ਰੱਖਿਆ ਕਰਨੀ ਆ ਉਹਦੀ। ਮਨੁੱਖਤਾ ਦਾ ਰੱਖਾ ਖਾਲਸਾ ਆ, ਵਾਹਿਗੁਰੂ ਦਾ ਪੁੱਤਰ ਆ। ਗੁਰੂ ਪਾਤਸ਼ਾਹ ਵਾਹਿਗੁਰੂ ਦੇ ਪੁੱਤਰ ਸਾਨੂੰ ਬਣਾਉਂਦੇ ਆ, ਅਤੇ ਆਪਾਂ ਵਾਹਿਗੁਰੂ ਦੇ ਪੁੱਤਰ ਬਣ ਕੇ ਸਾਰੇ ਖਾਲਸੇ ਆ। ਦੇਖੋ ਬੀਬੀਆਂ ਸਾਡੀਆਂ ਭੈਣਾਂ ਆ, ਉਹਨਾਂ ਨੂੰ ਵੀ ਆਪਾਂ ਖਾਲਸੀ ਨਹੀਂ ਕਹਿੰਦੇ, ਖਾਲਸਾ ਹੀ ਕਹਿੰਦੇ ਆ। ਗੁਰੂ ਪਾਤਸ਼ਾਹ ਜਦੋਂ ਉਹਨੂੰ ਮਿਲਦੇ ਆ ਪੁੱਤਰ ਕਹਿ ਕੇ ਗੱਲ ਕਰਦੇ ਆ, ਪੁੱਤਰੀ ਨਹੀਂ ਕਹਿੰਦੇ। ਗੁਰੂ ਸਾਹਿਬ ਦੇ ਵਾਸਤੇ ਸਾਰੇ ਬਰਾਬਰ ਆ। ਕੇਸਕੀ ਸਿੰਘ ਨੂੰ ਬਖਸ਼ੀ ਆ ਇੱਕ ਕਕਾਰ ਵਜੋਂ, 5ਵਾਂ ਕਕਾਰ ਆ, ਅਤੇ ਕੇਸਕੀ ਸਿੰਘਣੀ ਨੂੰ ਵੀ ਬਖਸ਼ੀ, ਉਹ ਵੀ ਸਿਰ 'ਤੇ ਕੇਸਕੀ ਬੰਨ੍ਹਦੀ ਆ। ਗੁਰੂ ਸਾਹਿਬ ਦਾ ਪੁੱਤਰ ਆ। ਕੌਰ ਦਾ ਭਾਵ ਹੁੰਦਾ ਕੁੰਵਰ, ਛੋਟਾ ਰਾਜਕੁਮਾਰ। ਉਹ ਜਿਹੜਾ ਫੀਮੇਲ ਵਰਲਡ ਨਹੀਂ ਹੈਗਾ, ਉਹ ਮੇਲ ਵਰਲਡ ਆ, ਛੋਟਾ ਰਾਜਕੁਮਾਰ ਕੁੰਵਰ। ਸੋ ਉਹ ਫਿਰ ਰੱਖੜੀ ਬੰਨ੍ਹਣ ਦਾ ਉਹਨਾਂ ਕੀ ਮਤਲਬ ਰਹਿ ਗਿਆ। ਸੋ ਇਸ ਕਰਕੇ ਰੱਖੜੀ ਨਹੀਂ ਨਾ ਬੰਨ੍ਹਣੀ ਆ ਨਾ ਬਣਾਉਣੀ ਆ, ਸਾਡਾ ਤਿਉਹਾਰ ਨਹੀਂ ਹੈਗਾ। ਹੋਰ ਵੀ ਇਹਦੇ ਬਾਰੇ ਬਹੁਤ ਵਿਚਾਰਾਂ ਹੋ ਸਕਦੀਆਂ, ਪਰ ਆਪਾਂ ਸ਼ਾਰਟ ਦੇ ਵਿੱਚ ਜਿੰਨਾ ਕੁ ਗੁਰਬਾਣੀ ਦੇ ਅਨੁਸਾਰ, ਇਤਿਹਾਸ ਦੇ ਅਨੁਸਾਰ ਦੇਖਿਆ ਆ ਕਿ ਰੱਖੜੀ ਨਹੀਂ ਬੰਨ੍ਹਣੀ, ਆਪਾਂ ਨਾ ਬਣਾਉਣੀ ਆ। ਟੋਟਲ ਮਨਮਤ ਆ। ਕਦੀ ਵੀ ਗੁਰਸਿੱਖ ਇੱਦਾਂ ਦੇ ਧਾਗੇ ਬੰਨ੍ਹ ਕੇ ਆਪਾਂ ਬਹੁਤ ਕਹਿ ਲਓ ਵੀ ਇੱਕ ਉੱਦਾਂ ਵੀ ਬਿਨਾਂ ਮਤਲਬ ਦਾ ਖਰਚਾ, ਕਿੱਥੇ ਕਿੱਥੇ ਮੇਲ ਦੇ ਰਾਹੀਂ ਹਜ਼ਾਰਾਂ ਰੁਪਈਆ ਲੱਗਦਾ ਆ। ਰੱਖੜੀਆਂ ਭੇਜੀ ਜਾਂਦੀਆਂ ਭੈਣਾਂ, ਉਹ ਉੱਥੇ ਬੈਠਾ ਆ, ਉਹਨੇ ਪਤਾ ਨਹੀਂ ਕਦੋਂ ਮੁੜਨਾ, 10 ਸਾਲ 20 ਸਾਲ ਪੱਕਾ ਹੋਣਾ, ਕਦੋਂ ਨਹੀਂ ਭੈਣ ਨੂੰ ਮਿਲਣਾ, ਅਤੇ ਉਹ ਰੱਖੜੀ ਭੇਜੀ ਜਾਂਦੀ ਆ। ਉੱਥੇ ਬੈਠਾ ਰੱਖਿਆ ਕਰ ਰਿਹਾ ਨਾ, ਬਹੁਤ ਤਗੜਾ ਭਗਤ ਆ ਕਿ ਇੱਥੋਂ ਬੈਠਾ ਰੱਖਿਆ ਕਰ ਰਿਹਾ। ਸੋ ਇੱਦਾਂ ਦਾ ਇਹ ਸਭ ਸਿਸਟਮ ਵਾਹਿਗੁਰੂ ਸਾਡਾ ਨਹੀਂ ਹੈਗਾ, ਇਹ ਹਿੰਦੂਇਜ਼ਮ ਦਾ ਸਿਸਟਮ ਆ। ਜਿਨ੍ਹਾਂ ਦਾ ਹੈਗਾ ਆ ਉਹਨਾਂ ਨੂੰ ਮੁਬਾਰਕ ਆ, ਉਹਨਾਂ ਨੂੰ ਨਹੀਂ ਆਪਾਂ ਕਹਿਣਾ ਕਿ ਤੁਸੀਂ ਕਾਹਤੋਂ ਕਰਦੇ ਹੋ। ਉਹ ਕਿਹੜਾ ਗੁਰੂ ਸਾਹਿਬ ਦੇ ਸਿਧਾਂਤ ਨੂੰ ਨਹੀਂ ਮੰਨਦੇ, ਫਿਰ ਉਹਨਾਂ ਨੂੰ ਆਪਾਂ ਕਾਹਤੋਂ ਰੋਕਣਾ। ਪਰ ਆਪਾਂ ਜੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਾਂ, ਅਤੇ ਆਪਾਂ ਨਹੀਂ ਰੱਖੜੀ ਕਦੇ ਵੀ ਨਾ ਬੰਨ੍ਹਣੀ ਨਾ ਬਣਾਉਣੀ। ਇਹਦੇ ਬਾਰੇ ਸੁਚੇਤ ਕਰਨਾ ਆ। ਗੁਰਬਾਣੀ ਦੇ ਅਨੁਸਾਰ ਆਪਾਂ ਦੇਖਣਾ ਆ ਕਿ ਰੱਖਿਆ ਕੌਣ ਕਰਦਾ ਆ। ਰੱਖਿਆ ਵਾਹਿਗੁਰੂ ਕਰਦਾ ਆ। ਰਾਖਾ ਸਾਡਾ ਵਾਹਿਗੁਰੂ ਆ, ਜਿਹੜਾ ਸਾਡਾ ਠਾਕੁਰ ਆ, ਜਿਹੜਾ ਸਾਡਾ ਮਾਲਕ ਆ। ਗੁਰੂ ਨਾਨਕ ਵਾਹਿਗੁਰੂ ਸਾਡਾ ਰਾਖਾ ਆ। ਉਹ ਭੈਣਾਂ ਦਾ ਵੀ ਰਾਖਾ ਆ ਅਤੇ ਸਿੰਘਾਂ ਦਾ ਵੀ ਰਾਖਾ ਉਹੀ ਆ। ਸਾਰਿਆਂ ਦਾ ਰਾਖਾ ਵਾਹਿਗੁਰੂ ਆ। ਸਭ ਤੋਂ ਵੱਡੀ ਰੱਖਿਆ ਵਾਹਿਗੁਰੂ ਸਾਨੂੰ ਵਿਕਾਰਾਂ ਤੋਂ ਬਚਾਉਂਦੇ ਆ ਨਾ, ਉਹ ਸਭ ਤੋਂ ਵੱਡੀ ਰੱਖਿਆ ਆ। ਇਸ ਸਰੀਰ ਤੋਂ ਬਚਾਉਂਦੇ ਆ, ਮਾਇਆ ਤੋਂ ਬਚਾਉਂਦੇ ਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਾਉਂਦੇ ਆ। ਇਹ ਬਹੁਤ ਵੱਡੀ ਰੱਖਿਆ ਆ। ਜਿਹਨੂੰ ਗੁਰੂ ਸਾਹਿਬ ਨੇ ਇਹਨਾਂ ਚੀਜ਼ਾਂ ਤੋਂ ਬਚਾ ਲਿਆ, ਸਮਝ ਲਓ ਉਹਦੀ ਰੱਖਿਆ ਹੋ ਗਈ। ਉਹਨੂੰ ਕਿਸੇ ਚੀਜ਼ ਦੀ ਬਾਹਰੀ ਰੱਖਿਆ ਦੀ ਲੋੜ ਨਹੀਂ ਆ। ਸਰੀਰ ਦੀ ਰੱਖਿਆ ਵਾਸਤੇ ਗੁਰੂ ਪਾਤਸ਼ਾਹ ਨੇ ਹਥਿਆਰ ਦਿੱਤੇ ਆ, ਅਤੇ ਜਿੱਥੇ ਵੀ ਕੋਈ ਕਮਜ਼ੋਰ, ਚਾਹੇ ਉਹ ਭੈਣ ਆ, ਚਾਹੇ ਉਹ ਕੋਈ ਹੋਰ ਕਮਜ਼ੋਰ ਆ, ਉੱਥੇ ਖਾਲਸਾ ਖੜ੍ਹਦਾ ਆ, ਉਹਦੀ ਰੱਖਿਆ ਕਰਦਾ ਆ, ਰੱਖੜੀ ਬਣਾ ਕੇ ਨਹੀਂ। ਸੋ ਇਸ ਬਾਰੇ ਵਾਹਿਗੁਰੂ ਜੀ ਆਪਾਂ ਸੁਚੇਤ ਹੋਣਾ, ਵਿਚਾਰਾਂ ਕਰਦਿਆਂ ਹੋਈਆਂ ਭੁੱਲ ਚੁੱਕਾਂ ਬਖਸ਼ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।